हाँ जी बेटा, आप करते पे सी हार्वर्ड स्टैप टैसट। ਉਹਦਾ ਆਪਾਂ ਪ੍ਰੋਸੀਜਰ ਵਗੈਰਾ ਕਰ ਲਿਆ ਸੀਗਾ, ਸਕੋਰਿੰਗ ਵੀ ਕਰ ਲਈ ਸੀਗੀ। ਇਸ ਤੋਂ ਬਾਅਦ ਐਡਵਾਂਟੇਜ ਆ ਜਾਣੇ ਆ। ਪਹਿਲਾ ਐਡਵਾਂਟੇਜ, ਇਹ ਟੈਸਟ ਬਹੁਤ ਈਜ਼ੀ ਕੰਡਕਟ ਕੀਤਾ ਜਾ ਸਕਦਾ ਹੈ। ਸੈਕਿੰਡ, ਇਸ ਟੈਸਟ ਲਈ ਮਿਨੀਮਮ ਇਕਵਿਪਮੈਂਟ ਐਂਡ ਲੈਸ ਐਕਸਪੈਂਸਿਵ ਇਹ ਹੁੰਦਾ ਹੈ। ਨੰਬਰ ਥਰਡ, ਇਸ ਨੂੰ ਸੈਲਫ ਐਡਮਿਨਿਸਟਰਡ ਕੀਤਾ ਜਾ ਸਕਦਾ ਹੈ। ਹੁਣ ਆ ਗਏ ਬੇਟਾ ਜੀ ਇਹਦੇ ਡਿਸਐਡਵਾਂਟੇਜ ਵਿੱਚ ਲੰਬੇ ਲੋਕਾਂ ਲਈ ਇਹ ਐਡਵਾਂਟੇਜ ਹੁੰਦਾ ਹੈ ਕਿਉਂਕਿ ਇਹ ਸਟੈਪ ਵਧਾਉਣ ਵਿੱਚ ਲੈਸ ਐਨਰਜੀ ਲਵੇਗਾ। ਨੰਬਰ 2, ਹੈਵੀ ਵੇਟ ਪੀਪਲ ਵਧੀਆ ਪਰਫੋਰਮ ਨਹੀਂ ਕਰ ਸਕਦੇ। ਨੰਬਰ 3, ਇਸ ਟੈਸਟ ਦੇ ਨਾਲ ਲਾਰਜ ਗਰੁੱਪ ਦੀ ਟੈਸਟਿੰਗ ਕਰਨਾ ਟਾਈਮ ਕੰਜ਼ਿਊਮਿੰਗ ਹੋਵੇਗਾ। ਹੁਣ ਬੇਟਾ ਨੈਕਸਟ ਆ ਗਿਆ ਜੀ ਆਪਣਾ ਰੌਕਪੋਰਟ ਵਾਕ ਟੈਸਟ। ਇਹ 1 ਮੀਲ ਆਪਾਂ ਨੂੰ ਵਾਕਿੰਗ ਕਰਨੀ ਹੁੰਦੀ ਆ। ਰੌਕਪੋਰਟ ਲੋ ਫਿਟਨੈਸ ਦੇ ਲੈਵਲ ਲਈ ਉਹਨਾਂ ਦੀ ਇੱਕ ਕਾਮਨ ਐਰੋਬਿਕ ਫਿਟਨੈਸ ਟੈਸਟ ਹੈ। ਇਹ ਟੈਸਟ ਫਿਟਨੈਸ ਵਾਲੇ ਮੇਲ ਔਰ ਫੀਮੇਲ ਦੋਵਾਂ ਲਈ ਸੂਟੇਬਲ ਹੈ ਜੋ ਇੱਕੋ ਜਿਹਾ ਡਿਸਟੈਂਸ ਰਨ ਟੈਸਟ ਨੂੰ ਪੂਰਾ ਨਹੀਂ ਕਰ ਸਕਣਗੇ। ਟੈਸਟ ਹਰ ਏਜ ਦੇ ਲੋਕਾਂ ਲਈ ਸੂਟੇਬਲ ਹੈ, ਵੈਰੀ ਯੰਗ ਤੋਂ ਲੈ ਕੇ ਬਜ਼ੁਰਗਾਂ ਤੱਕ। ਅੱਗੇ ਬੇਟਾ ਆ ਗਿਆ ਜੀ ਇਹਦਾ ਪਰਪਸ ਹੁੰਦਾ ਟੂ ਮੈਜ਼ਰ ਕਾਰਡੀਓਵੈਸਕੂਲਰ ਐਂਡਿਓਰੈਂਸ। ਨੰਬਰ 2, ਇਹਦੇ ਇਕਵਿਪਮੈਂਟਸ ਆ ਗਏ। ਇਕਵਿਪਮੈਂਟ 'ਚ ਸਟਾਪ ਵਾਚ, ਸਮੂਥ ਐਂਡ ਲੈਵਲ ਮਾਰਕਰ, 1 ਮੀਲ ਟਰੈਕ, 1 ਮੀਲ ਟਰੈਕ ਨੂੰ ਆਪਾਂ ਮਾਰਕ ਕਰਨਾ ਵਾ। ਉਸ ਤੋਂ ਬਾਅਦ ਪੇਪਰ ਐਂਡ ਪੈਨਸਿਲ। ਫਿਰ ਆ ਗਿਆ ਜੀ ਹਾਰਟ ਰੇਟ ਮੋਨੀਟਰ, ਇਹ ਸਭ ਤੋਂ ਮੇਨ ਇਕਵਿਪਮੈਂਟ ਹੁੰਦਾ ਵਾ। ਅਤੇ ਫਿਰ ਆ ਗਿਆ ਜੀ ਬੋਡੀ ਵੇਟ ਸਕੇਲਸ। ਥਰਡ ਆ ਗਿਆ ਜੀ ਪ੍ਰੋਸੀਜਰ ਵਿੱਚ ਪਹਿਲਾ ਪੁਆਇੰਟ ਹੈਗਾ ਜੀ ਗੁੱਡ ਵੈਦਰ ਵਾਲਾ ਡੇ ਚੂਜ਼ ਕਰੋ, ਜਿਵੇਂ ਕਿ ਵਿੰਡੀ ਡੇਜ਼ ਨੂੰ ਅਵੋਇਡ ਕਰੋ, ਜਿੱਥੇ ਹਵਾ ਚੱਲਦੀ ਹੋਵੇ ਉਹਨੂੰ ਅਵੋਇਡ ਕਰੋ। ਸੈਕਿੰਡ, ਜਿੰਨੀ ਜਲਦੀ ਹੋ ਸਕੇ 1 ਮਾਈਲ ਵਾਕ ਕਰੋ ਅਤੇ ਸਟਾਪ ਵਾਚ ਔਰ ਡਿਜੀਟਲ ਵਾਚ ਨਾਲ ਆਪਣੀ ਵਾਕ ਦਾ ਟਾਈਮ ਨੋਟ ਕਰੋ। ਨੰਬਰ 3, ਮੈਜ਼ਰਡ ਵਾਕ ਨੂੰ ਪੂਰਾ ਕਰਨ ਵੇਲੇ ਟਾਈਮ ਰਿਕਾਰਡ ਕਰੋ। ਨੰਬਰ 4, ਮੈਜ਼ਰਡ ਵਾਕ ਦੇ ਐਂਡ 'ਤੇ ਆਪਣੀ ਹਾਰਟ ਰੇਟ ਨੂੰ ਲਵੋ। ਤੁਸੀਂ ਹਾਰਟ ਰੇਟ ਨੂੰ ਮੋਨੀਟਰ ਕਰੋ ਔਰ 10 ਸੈਕਿੰਡ ਲਈ ਆਪਣੀ ਪਲਸ ਲਓ ਅਤੇ ਫਿਰ 6 ਨਾਲ ਮਲਟੀਪਲਾਈ ਕਰੋ ਪਰ ਮਿੰਟ ਬੀਟ ਨੂੰ। ਨੰਬਰ 5, ਹੁਣ ਆਪਣੀ ਏਜ, ਵੇਟ, ਟੈਸਟ ਦੇ ਐਂਡ 'ਤੇ ਹਾਰਟ ਰੇਟ ਐਂਡ ਟਾਈਮ ਨੋਟ ਕਰੋ। ਕੰਪਲੀਟ ਦਾ ਵਾਕ। ਨੰਬਰ 4 ਆ ਗਿਆ ਜੀ, ਇਹ ਸਕੋਰਿੰਗ ਆ ਗਈ। ਦਾ ਫਾਰਮੂਲਾ ਯੂਜ਼ ਟੂ ਕੈਲਕੂਲੇਟ VO2 ਮੈਕਸ। VO2 ਮੈਕਸ ਹੁੰਦਾ ਬੇਟਾ ਮੈਕਸੀਮਮ ਆਕਸੀਜਨ ਕੰਜ਼ਪਸ਼ਨਸ। ਇਹਦੇ ਵਿੱਚ ਆ ਗਿਆ ਜੀ ਵੇਟ ਨੂੰ ਪਾਊਂਡ, ਜੈਂਡਰ ਮੇਲ ਨੂੰ 1 ਐਂਡ ਫੀਮੇਲ ਨੂੰ 0, ਟਾਈਮ ਨੂੰ ਮਿੰਟ ਵਿੱਚ ਐਕਸਪ੍ਰੈਸ ਕਰੋ ਅਤੇ ਹੰਡਰਡਸ ਆਫ ਮਿੰਟ, ਹਾਰਟ ਇਜ਼ ਇਨ ਬੀਟਸ, ਮਿੰਟਸ, ਏਜ ਇਨ ਈਅਰਸ ਦੇ ਵਿੱਚ ਨੋਟ ਕਰਨਾ ਆਪਾਂ ਨੂੰ ਪਊਗਾ। ਇੱਕ ਇਹਦੇ 'ਚ ਐਗਜ਼ਾਮਪਲ ਦਿੱਤੀ ਹੋਈ ਆ। ਇੱਕ ਆਦਮੀ ਆ ਜਿਹਦੀ ਏਜ 42 ਈਅਰਸ ਆ, ਬੋਡੀ ਵੇਟ 160 ਪਾਊਂਡ ਆ, ਟਾਈਮ ਉਹਨੇ ਲਿਆ ਜੀ 30 ਮਿੰਟ ਐਂਡ 54 ਸੈਕਿੰਡਸ, ਜਿਹਨੂੰ ਇਜ਼ ਇਕੁਅਲ ਟੂ ਕਰਕੇ 13.9 ਮਿੰਟਸ ਆਪਾਂ ਗਿਣ ਸਕਦੇ ਹਾਂ। ਹਾਰਟ ਰੇਟ ਬੇਟਾ 140 ਬੀਟਸ ਪਰ ਮਿੰਟ ਲੈਣੀ ਆ ਅਤੇ ਜੈਂਡਰ ਮੇਲ 1 ਲੈਣਾ ਵਾ। ਇਹਦਾ ਇੱਕ ਫਾਰਮੂਲਾ ਦਿੱਤਾ ਹੋਇਆ ਵਾ, ਉਹ ਤੁਸੀਂ ਆਪਣੀ ਨੋਟਬੁੱਕ 'ਤੇ ਕਰਕੇ ਦੇਖਿਓ ਜੀ, ਪ੍ਰੈਕਟਿਸ ਕਰਿਓ ਜੀ, ਤੁਹਾਡਾ VO2 ਮੈਕਸ ਨਿਕਲ ਆਏਗਾ। ਉਸ ਤੋਂ ਬਾਅਦ ਬੇਟਾ ਜੀ ਆ ਗਿਆ ਐਡਵਾਂਟੇਜਸ। ਇਹਦੇ ਐਡਵਾਂਟੇਜਸ ਕੀ ਹੁੰਦੇ ਆ? ਮਿਨੀਮਲ ਇਕਵਿਪਮੈਂਟ ਐਂਡ ਕੋਸਟ ਰਿਕੁਆਇਰਡ ਹੁੰਦੀ ਹੈ ਇਸ ਟੈਸਟ ਲਈ। ਇਹ 'ਤੇ ਕਿਉਂਕਿ ਪੈਸੇ ਨਹੀਂ ਲੱਗਦੇ, ਜਾ ਕੇ ਇਕੱਲੀ ਵਾਕਿੰਗ ਕਰਨੀ ਹੈ ਜਾਂ ਆਪਾਂ ਨੂੰ ਇੱਕ ਅੱਧੇ ਇਕਵਿਪਮੈਂਟ ਚਾਹੀਦੇ ਆ। ਟੈਸਟ ਸੈਲਫ ਐਡਮਿਨਿਸਟਰੇਟ ਕੀਤਾ ਜਾ ਸਕਦਾ ਹੈ। ਇਹ ਟੈਸਟ ਆਪਦੇ 'ਤੇ ਕੀਤਾ ਜਾ ਸਕਦਾ ਹੈ ਕਦੇ ਵੀ। ਇਹ ਇੱਕ ਟਾਈਮ ਵਿੱਚ 1 ਤੋਂ ਵੱਧ ਪਰਸਨ 'ਤੇ ਕੰਡਕਟ ਕੀਤਾ ਜਾ ਸਕਦਾ ਹੈ। ਇਹਦੇ ਵਿੱਚ ਕੀ ਹੈ ਬੇਟਾ, ਆਪਾਂ ਇੱਕ ਬੰਦਾ, 1 ਤੋਂ ਵੱਧ 2, 4, 5, 7 ਜਿੰਨੇ ਵੀ ਇਨਸਾਨ ਹੈਗੇ ਆ, ਆਪਾਂ ਉਹਨਾਂ 'ਤੇ ਆਪਾਂ ਇਹਨੂੰ ਕਰ ਸਕਦੇ ਹਾਂ। ਉਸ ਤੋਂ ਬਾਅਦ ਆ ਗਿਆ ਜੀ 6th ਹੈਗਾ ਡਿਸਐਡਵਾਂਟੇਜ। ਇਹ ਟੈਸਟ ਬਹੁਤ ਜ਼ਿਆਦਾ ਫਿੱਟ ਲੋਕਾਂ ਲਈ ਬਹੁਤ ਈਜ਼ੀ ਹੁੰਦਾ ਹੈ। ਹੁਣ ਜਿਹੜੇ ਬੰਦੇ ਬਹੁਤ ਜ਼ਿਆਦਾ ਫਿੱਟ ਆ ਉਹਨਾਂ ਲਈ ਤਾਂ ਈਜ਼ੀ ਹੋਊਗਾ 1 ਮਾਈਲ ਵਾਕਿੰਗ ਕਰਨੀ। ਇਸ ਤੋਂ ਇਲਾਵਾ ਕਿਉਂਕਿ ਤੁਹਾਨੂੰ ਜਿੰਨਾ ਹੋ ਸਕੇ ਤੇਜ਼ੀ ਨਾਲ ਵਾਕ ਕਰਨਾ ਚਾਹੀਦਾ ਹੈ। ਇਸ ਟੈਸਟ ਦੀ ਐਕੂਰੇਸੀ ਤੁਹਾਡੀ ਪੇਸਿੰਗ ਐਬਿਲਿਟੀ ਐਂਡ
ਲੈਵਲ ਤੇ ਡਿਪੈਂਡ ਕਰਦੀ ਹੈ। ਅੱਗੇ ਬੇਟਾ 6.4 ਆ ਗਿਆ ਜੀ, ਕੰਪੂਟੇਸ਼ਨਸ ਆਫ ਫਿਟਨੈਸ ਇੰਡੈਕਸ ਡਿਊਰੇਸ਼ਨ ਆਫ ਦਾ ਐਕਸਰਸਾਈਜ਼ ਇਨ ਸੈਕਿੰਡਸ। ਇਹਦੇ ਵਿੱਚ ਆ ਗਿਆ ਜੀ ਫਿਟਨੈਸ ਇੰਡੈਕਸ ਸਕੋਰ ਇਜ਼ ਡਿਟਰਮਾਈਨਡ ਬਾਏ ਦਾ ਫੋਲੋਇੰਗ ਇਕੁਏਸ਼ਨਸ। ਜਿਵੇਂ ਆਪਾਂ ਲੈਣਾ ਜੀ ਫਿਟਨੈਸ ਇੰਡੈਕਸ ਸ਼ਾਰਟ ਫਾਰਮ ਦੇ ਵਿੱਚ ਜਿਹੜਾ ਹੈਗਾ ਵਾ ਉਹ ਹੈਗਾ ਜੀ 100 ਇੰਟੂ ਟੈਸਟ ਡਿਊਰੇਸ਼ਨ ਇਨ ਸੈਕਿੰਡ, ਕਿੰਨੇ ਸੈਕਿੰਡ 'ਚ ਆਪਾਂ ਟੈਸਟ ਦੇ ਵਿੱਚ ਯੂਜ਼ ਕੀਤੇ, ਬਟਾ 5.5 ਇੰਟੂ ਪਲਸ ਕਾਊਂਟ ਬਿਟਵੀਨ 1 ਐਂਡ 1.5 ਮਿੰਟ, 1 ਤੋਂ 1.5 ਮਿੰਟ ਦੇ ਵਿੱਚ ਜਿਹੜੀ ਆਪਾਂ ਪਲਸ ਕਾਊਂਟ ਲਈ ਆ। ਉਸ ਤੋਂ ਬਾਅਦ ਲੌਂਗ ਫਾਰਮ ਦੇ ਵਿੱਚ ਇਹਨੂੰ ਯੂਜ਼ ਕਰਨਾ 100 ਇੰਟੂ ਟੈਸਟ ਡਿਊਰੇਸ਼ਨ ਇਨ ਸੈਕਿੰਡ ਅਤੇ ਬਟਾ 2 ਇੰਟੂ ਸਮ ਆਫ ਹਾਰਟ ਬੀਟ ਇਨ ਰਿਕਵਰੀ ਪੀਰੀਅਡ, ਵੀ ਜਦੋਂ ਕੰਪਲੀਟ ਹੋ ਗਿਆ ਉਦੋਂ ਆਪਾਂ ਇਹਦਾ ਡਬਲ ਕਰਕੇ ਫਿਰ ਇਹਦੇ ਲੈਣਾ ਵਾ। ਇਹਦੇ ਵਿੱਚ ਇੱਕ ਐਗਜ਼ਾਮਪਲ ਦਿੱਤੀ ਗਈ ਹੈ ਬੇਟਾ, ਫੋਰ ਐਗਜ਼ਾਮਪਲ ਟੈਸਟ ਵਾਜ਼ ਕੰਡਕਟਿੰਗ ਫੋਰ ਐਨ ਇੰਡੀਵਿਜੂਅਲ ਐਂਡ ਫੋਲੋਇੰਗ ਰੀਡਿੰਗ ਵਰ ਰਿਕਾਰਡਡ, ਟੋਟਲ ਡਿਊਰੇਸ਼ਨ ਆਫ ਸਟੈਪਿੰਗ ਇਨ 300 ਸੈਕਿੰਡ, ਦ ਨੰਬਰ ਆਫ ਹਾਰਟ ਬੀਟ ਬਿਟਵੀਨ 1 to 1.5 ਮਿੰਟ ਦੇ ਵਿੱਚ 95 ਆਈ, 2 to 2.5 ਮਿੰਟ ਦੇ ਵਿੱਚ 85, 3 to 3.5 ਮਿੰਟ ਦੇ ਵਿੱਚ 75 ਆਈ। ਸ਼ਾਰਟ ਫਰੋਮ ਫਿਟਨੈਸ ਇੰਡੈਕਸ ਸਕੋਰ F1 ਸਕੋਰ ਹੈਗਾ ਜੀ 100 ਇੰਟੂ 300, 5.5 ਇੰਟੂ 9.5, ਇਹਦਾ ਆਨਸਰ ਆ ਗਿਆ ਜੀ ਇਜ਼ ਇਕੁਅਲ ਟੂ 5.74.4। ਅਤੇ ਲੌਂਗ ਫਾਰਮ ਦੇ ਵਿੱਚ ਆ ਗਿਆ ਜੀ F1 ਸਕੋਰ ਇਜ਼ ਇਕੁਅਲ ਟੂ 100 ਇੰਟੂ 300 ਟੂ 95 ਪਲੱਸ 85 ਪਲੱਸ 75 ਇਜ਼ ਇਕੁਅਲ ਟੂ 58.8, ਇਹਦਾ ਰਿਜ਼ਲਟ ਆ ਜਾਊਗਾ। ਉਸ ਤੋਂ ਬਾਅਦ ਇੱਕ ਚਾਰਟ ਹੈਗਾ ਬੇਟਾ, ਇਹਦੇ ਵਿੱਚ ਦਿੱਤਾ ਹੋਇਆ ਵਾ ਗੁੱਡ ਕਿਹੜਾ, ਐਵਰੇਜ ਕਿਹੜਾ, ਪੂਅਰ ਕਿਹੜਾ, ਬਿਲੋ ਐਵਰੇਜ ਕਿਹੜਾ ਵਾ, ਇਹ ਸਾਰਾ ਕੁਛ ਇਹਦੇ ਵਿੱਚ ਆ ਜਾਂਦਾ ਵਾ। ਹੁਣ ਬੇਟਾ ਇਹ 'ਚ ਆ ਗਿਆ ਜੀ 6.5 'ਚ ਰਿਕਲੀ ਐਂਡ ਜੋਨਸ ਸੀਨੀਅਰ ਸਿਟੀਜ਼ਨ ਫਿਟਨੈਸ ਟੈਸਟ। ਹੁਣ ਰਿਕਲੀ ਐਂਡ ਜੋਨਸ ਦੋ ਬੰਦੇ ਸੀਗੇ, ਡਾਕਟਰ ਸੀਗੇ, ਜਿਨ੍ਹਾਂ ਨੇ ਇਹ ਟੈਸਟ ਕੰਡਕਟ ਕੀਤਾ ਸੀਗਾ, ਸੀਨੀਅਰ ਸਿਟੀਜ਼ਨ ਟੈਸਟ ਬਣਾਇਆ ਸੀਗਾ। ਮਤਲਬ ਓਲਡ ਏਜ ਵਿੱਚ ਹਰ ਕੋਈ ਜਦ ਤੱਕ ਸੰਭਵ ਹੋ ਸਕੇ ਬਿਨਾਂ ਕਿਸੇ ਪੇਨ ਦੇ ਉਹ ਕਰਨਾ ਜਾਰੀ ਰੱਖਣਾ ਚਾਹੁੰਦਾ ਹੈ ਜੋ ਉਹ ਚਾਹੁੰਦਾ ਹੈ। ਇਸ ਏਜ ਦੇ ਦੌਰਾਨ ਇਸ ਨੂੰ ਪ੍ਰੋਪਰ ਫਿਟਨੈਸ ਦੀ ਲੋੜ ਹੁੰਦੀ ਹੈ। ਬਿਗਨਿੰਗ ਦੇ ਵਿੱਚ ਫੰਕਸ਼ਨਲ ਫਿਟਨੈਸ ਨੂੰ ਅਸੈਸ ਕਰਨ ਲਈ ਕਾਫੀ ਟੈਸਟ ਨਹੀਂ ਸਨ। ਓਲਡਰ ਅਡਲਟ ਦੇ ਫੰਕਸ਼ਨਲ ਫਿਟਨੈਸ ਦੀ ਪਰਫਾਰਮੈਂਸ ਨੂੰ ਐਵਲਿਊਟ ਕਰਨ ਲਈ ਇੱਕ ਟੂਲ ਦੀ ਜ਼ਰੂਰਤ ਨੂੰ ਰੈਕੋਗਨਾਈਜ਼ਿੰਗ ਕਰਦੇ ਹਨ। ਡਾਕਟਰ ਰੋਬਰਟ ਰਿਕਲੀ ਐਂਡ ਡਾਕਟਰ ਜੈਸੀ ਜੋਨਸ ਇੱਕ ਸੀਨੀਅਰ ਸਿਟੀਜ਼ਨ ਟੈਸਟ ਫਲਰਟਨ ਯੂਨੀਵਰਸਿਟੀ ਵਿੱਚ ਡਿਵੈਲਪ ਕੀਤਾ। ਟੈਸਟ ਇੱਕ ਫੰਕਸ਼ਨਲ ਫਿਟਨੈਸ ਫਰੇਮਵਰਕ 'ਤੇ ਬੇਸਡ ਹੈ ਜੋ ਕਿ ਦੱਸਦਾ ਹੈ ਕਿ ਡੇਲੀ ਦੀਆਂ ਐਕਟੀਵਿਟੀਜ਼ ਕਰਨ ਦੇ ਯੋਗ ਹੋਣ। ਫੰਕਸ਼ਨਲ ਮੂਵਮੈਂਟ ਪਰਫਾਰਮ ਕਰਨ ਦੀ ਐਬਿਲਿਟੀ ਜਿਵੇਂ ਕਿ ਵਾਕਿੰਗ, ਸਟੇਅਰ ਕਲਾਈਮਿੰਗ ਐਂਡ ਸਟੈਂਡਿੰਗ ਅਪ। ਇਹ ਕਿ ਫੰਕਸ਼ਨਲ ਮੂਵਮੈਂਟ ਇਨ ਟਰਨ ਕਾਫੀ ਫਿਜ਼ੀਓਲੋਜੀਕਲ ਰਿਜ਼ਰਵ ਹੋਣ 'ਤੇ ਡਿਪੈਂਡ ਕਰਦੀ ਹੈ, ਜਿਵੇਂ ਸਟਰੈਂਥ, ਇੰਡਿਓਰੈਂਸ, ਫਲੈਕਸੀਬਿਲਿਟੀ ਅਤੇ ਬੈਲੈਂਸ ਹੋਣਾ ਚਾਹੀਦਾ ਵਾ। ਸੀਨੀਅਰ ਫਿਟਨੈਸ ਟੈਸਟ ਇੱਕ ਯੂਨੀਕ ਫੀਚਰ ਇਹ ਹੈ ਕਿ ਫੰਕਸ਼ਨਲ ਮੂਵਮੈਂਟ ਦੇ ਕੰਮਾਂ ਦੀ ਵਰਤੋਂ ਕਰਦਿਆਂ ਫਿਜ਼ੀਓਲੋਜਿਕ ਪੈਰਾਮੀਟਰ ਨੂੰ ਮੇਜ਼ਰ ਕਰਦਾ ਹੈ, ਜਿਵੇਂ ਕਿ ਬੈਂਡਿੰਗ, ਲਿਫਟਿੰਗ, ਰੀਚਿੰਗ ਐਂਡ ਵਾਕਿੰਗ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸੀਨੀਅਰ ਸਿਟੀਜ਼ਨ ਫਿਟਨੈਸ ਟੈਸਟ ਐਰੋਬਿਕ ਫਿਟਨੈਸ, ਸਟਰੈਂਥ ਐਂਡ ਫਲੈਕਸੀਬਿਲਿਟੀ, ਮਿਨੀਮਮ ਇਨਐਕਸਪੈਂਸਿਵ ਵਾਲੇ ਇਕਵਿਪਮੈਂਟ ਦੀ ਵਰਤੋਂ ਕਰਦਿਆਂ ਫਲੈਕਸੀਬਿਲਿਟੀ ਨੂੰ ਮੇਜ਼ਰ ਕਰਨ ਲਈ ਅੰਡਰਸਟੈਂਡ ਐਂਡ ਇਫੈਕਟਿਵ ਟੈਸਟ ਹੈ। ਇੰਟਰੋਡਕਸ਼ਨ ਇਹਦੇ ਵਿੱਚ ਆ ਗਈ ਬੇਟਾ। ਸੀਨੀਅਰ ਸਿਟੀਜ਼ਨ ਟੈਸਟ ਫਲਰਟਨ ਯੂਨੀਵਰਸਿਟੀ ਵਿੱਚ ਡਾਕਟਰ ਰੋਬਰਟਾ ਰਿਕਲੀ ਐਂਡ ਡਾਕਟਰ ਜੈਸੀ ਜੋਨਸ ਦੁਆਰਾ 2001 ਵਿੱਚ ਡਿਵੈਲਪ ਕੀਤਾ ਗਿਆ ਸੀ। ਇਹ ਬੇਟਾ ਇੱਕ MCQ ਬਣ ਸਕਦਾ ਵਾ। ਇਹ ਟੈਸਟ ਕਦੋਂ ਡਿਵੈਲਪ ਕੀਤਾ ਗਿਆ? 2001 ਦੇ ਵਿੱਚ। ਕੀਤਾ ਕਿਹਨੇ ਸੀਗਾ? ਡਾਕਟਰ ਰੋਬਰਟ ਰਿਕਲੀ ਐਂਡ ਡਾਕਟਰ ਜੈਸੀ ਜੋਨਸ ਦੁਆਰਾ। ਇਸ ਤਰ੍ਹਾਂ ਕਈ ਵਾਰ ਟੈਸਟ ਨੂੰ ਫਲਰਟਨ ਫੰਕਸ਼ਨਲ ਟੈਸਟ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਇਸ ਟੈਸਟ ਦਾ ਦੂਜਾ ਨਾਂ ਕੀ ਹੈ? ਫਲਰਟਨ ਫੰਕਸ਼ਨਲ ਟੈਸਟ। ਇਹ ਵੀ MCQ ਬਣ ਸਕਦਾ ਹੈ। ਉਸ ਤੋਂ ਬਾਅਦ ਇਹਦਾ ਪਰਪਸ ਆ ਗਿਆ ਬੇਟਾ। ਇਸ ਟੈਸਟ ਦਾ ਪਰਪਸ ਓਲਡਰ ਅਡਲਟ ਦੀ ਫੰਕਸ਼ਨਲ ਫਿਟਨੈਸ ਨੂੰ ਅਸੈਸ ਕਰਨਾ ਹੈ। ਟੈਸਟ ਆਈਟਮਸ ਇਹਦੇ ਵਿੱਚ ਕਿਹੜੀਆਂ ਯੂਜ਼ ਹੁੰਦੀਆਂ? ਇਸ ਟੈਸਟ ਵਿੱਚ 6 ਟੈਸਟ ਆਈਟਮਸ ਹੁੰਦੀਆਂ ਹਨ। ਪਹਿਲਾ ਹੈਗਾ ਜੀ ਚੇਅਰ ਸਟੈਂਡ ਟੈਸਟ ਫॉर ਲੋਅਰ ਬੋਡੀ ਸਟਰੈਂਥ। ਇਹਦਾ ਪਰਪਸ ਕੀ ਆ?
ਚੇਅਰ ਸਟੈਂਡ ਦਾ ਪਰਪਸ 60 ਈਅਰ ਤੋਂ ਉੱਪਰ ਏਜ ਦੇ ਅਡਲਟਸ ਦੀ ਲੋਅਰ ਬਾਡੀ ਦੀ ਸਟਰੈਂਥ ਨੂੰ ਮੈਜ਼ਰ ਕਰਦਾ ਹੈ। ਬਾਡੀ ਦੀ ਲੋਅਰ ਸਟਰੈਂਥ ਇੰਪੋਰਟੈਂਟ ਹੈ, ਜਿਵੇਂ ਕਿ ਚੇਅਰ ਤੋਂ ਉੱਠਣਾ, ਬੱਸ ਤੋਂ ਕਾਰ ਤੋਂ ਬਾਹਰ ਆਉਣਾ, ਹਾਊਸ ਔਰ ਗਾਰਡਨ ਵਿੱਚ ਗੋਡੇ ਟੇਕ ਦੀ ਪੋਜੀਸ਼ਨ ਤੋਂ ਉੱਠਣਾ, ਮਤਲਬ ਕਿ ਆਪਾਂ ਥੱਲੇ ਗੋਡੇ ਲਾਏ ਹੋਏ ਆ ਜ਼ਮੀਨ 'ਤੇ, ਉਹ ਤੋਂ ਉੱਠਣਾ ਤੁਹਾਡੀ ਲੋਅਰ ਬਾਡੀ ਦੀ ਸਟਰੈਂਥ ਆਸਾਨੀ ਨਾਲ ਇਫੈਕਟ ਪਾ ਸਕਦੀ ਹੈ ਜੋ ਤੁਸੀਂ ਡੇਲੀ ਐਕਟੀਵਿਟੀਜ਼ ਕਰਦੇ ਹੋ। ਹੁਣ ਆ ਗਿਆ ਜੀ ਸੈਕਿੰਡ, ਇਕੁਇਪਮੈਂਟ ਰਿਕੁਆਇਰਮੈਂਟ। ਇਹਦੇ ਵਿੱਚ ਇਕੁਇਪਮੈਂਟ ਕਿਹੜੇ ਚਾਹੀਦੇ ਆ? ਇਹ ਸਟ੍ਰੇਟ ਬੈਕ ਔਰ ਫੋਲਡਿੰਗ ਚੇਅਰ ਵਿਦਾਊਟ ਆਰਮ ਰੈਸਟ, ਸਟਾਪ ਵਾਚ, ਇਹ ਚੀਜ਼ਾਂ ਚਾਹੀਦੀਆਂ ਨੇ। ਪ੍ਰੋਸੀਜਰ ਹੈਗਾ ਜੀ, ਚੇਅਰ ਨੂੰ ਵਾਲ ਦੇ ਅਗੇਂਸਟ ਰੱਖੋ ਜਿੱਥੇ ਇਹ ਸਟੇਬਲ ਰਹੇ। ਨੰਬਰ 2, ਚੇਅਰ ਦੇ ਵਿਚਕਾਰ ਬੈਠੋ ਅਤੇ ਆਪਣੇ ਫੀਟ ਫਲੋਰ 'ਤੇ ਫਲੈਟ ਰੱਖੋ। ਸ਼ੋਲਡਰ ਵਿਥ ਅਪਾਰਟ, ਬੈਕ ਸਟ੍ਰੇਟ ਰੱਖੋ। ਥਰਡ ਹੈਗਾ ਜੀ, ਆਪਣੀ ਆਰਮਸ ਨੂੰ ਰਿਸਟ ਤੋਂ ਕ੍ਰੋਸ ਕਰੋ ਅਤੇ ਉਹਨਾਂ ਨੂੰ ਚੈਸਟ ਦੇ ਨੇੜੇ ਰੱਖੋ। ਨੰਬਰ 4, ਗੋ ਦੀ ਕਮਾਂਡ 'ਤੇ ਤੁਸੀਂ ਫੁੱਲ ਸਟੈਂਡ 'ਤੇ ਉੱਠੋ ਅਤੇ ਦੁਬਾਰਾ ਕਈ ਵਾਰ ਬੈਠੋਗੇ। ਤੁਸੀਂ 30 ਸੈਕਿੰਡ ਦੇ ਇੰਟਰਵਲ ਦੌਰਾਨ ਕਰ ਸਕਦੇ ਹੋ। ਨੰਬਰ 5, ਪੂਰੀ ਚੇਅਰ ਸਟੈਂਡ ਦੀ ਟੋਟਲ ਨੰਬਰ ਆਫ ਕਾਊਂਟ ਕਰੋ, ਮਤਲਬ ਕਿ ਉੱਪਰ ਅਤੇ ਥੱਲੇ ਹੇਠਾਂ ਕਿੰਨੀ ਵਾਰ ਗਏ ਆ ਉਹ ਆਪਾਂ ਕਾਊਂਟ ਕਰਨਾ ਵਾ। ਫਾਈਨਲ ਸਟੈਂਡ ਕਾਊਂਟ ਵਿੱਚ ਇਹ ਗਿਣਿਆ ਜਾਵੇਗਾ।